ਨੈਕਸਟ ਟੌਪਿਕ ਇਜ਼ ਇਰੈਕਸ਼ਨ ਆਫ ਸਟੀਲ ਟਾਵਰ। ਸਟੂਡੈਂਟਸ ਪਹਿਲਾਂ ਆਪਾਂ ਕੀਤੇ ਨੇ ਕਿ ਪੋਲਸ ਬੱਚੇ ਉੱਥੇ ਯੂਜ਼ ਹੁੰਦੇ ਨੇ ਜਦੋਂ ਆਪਾਂ ਨੇ ਵੋਲਟੇਜ ਲੈਵਲ ਆ ਜਦੋਂ ਆਪਣਾ ਘੱਟ ਯੂਜ਼ ਹੁੰਦਾ, ਮੀਨਸ ਡਿਸਟ੍ਰੀਬਿਊਸ਼ਨ ਲਾਈਨਸ 'ਤੇ ਆਪਾਂ ਪੋਲਸ ਯੂਜ਼ ਕਰ ਸਕਦੇ ਹਾਂ। ਬਟ ਜਦੋਂ ਆਪਾਂ ਨੇ ਟਰਾਂਸਮਿਸ਼ਨ ਲਾਈਨਸ ਨੂੰ ਆਪਾਂ ਨੇ ਲੇ ਕਰਨਾ ਆ ਤਾਂ ਉਸ ਟਾਈਮ ਆਪਾਂ ਨੂੰ ਸਟੀਲ ਟਾਵਰਸ ਦੀ ਹੀ ਜ਼ਰੂਰਤ ਪਊਗੀ, ਕਿਉਂਕਿ ਪੋਲ ਬੱਚੇ ਆਪਾਂ ਜਿਵੇਂ ਕਿ ਉਹਦਾ ਵਰਡ ਹੀ ਦੱਸ ਰਿਹਾ ਕਿ ਪੋਲ ਹੋਊਗਾ ਇੱਕ, ਜੇ ਆਪਾਂ ਇੱਕ ਖੰਭਾ ਕਹਿ ਸਕਦੇ ਹਾਂ ਸਿੰਪਲ, ਤਾਂ ਉਹਦੇ 'ਤੇ ਆਪਾਂ ਟਰਾਂਸਫਾਰਮਰ ਵੀ ਜ਼ਿਆਦਾ ਕਪੈਸਿਟੀ ਦਾ ਨਹੀਂ ਇੰਸਟਾਲ ਕਰ ਸਕਦੇ। ਸੋ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਨੇ ਉਹਨਾਂ ਲਈ ਆਪਾਂ ਨੇ ਕੀ ਯੂਜ਼ ਕਰਨੇ ਆ, ਸਟੀਲ ਟਾਵਰਸ। Steel has high strength or weight ratio, thus the weight of this steel is relatively small, which makes it convenient for high-rise buildings, long transmission lines। ਕਿਉਂਕਿ ਸਟੀਲ ਦੀ ਆਪਣੀ ਇੱਕ ਫੀਚਰ ਹੈ ਕਿ ਹਾਂ ਉਹ ਪ੍ਰੋਪਰ ਆਪਾਂ ਨੂੰ ਮਕੈਨੀਕਲ ਸਟਰੈਂਥ ਦੇ ਰਿਹਾ ਆ, ਤਾਂ ਇਸ ਕਰਕੇ ਜਿਹੜੀ ਸਟੀਲ ਟਾਵਰਸ ਆ ਇਹ ਮੇਨਲੀ ਯੂਜ਼ ਹੁੰਦੇ ਨੇ ਇਨ ਲੌਂਗ ਟਰਾਂਸਮਿਸ਼ਨ ਲਾਈਨਸ। So there are many different methods for erecting them। फर्स्ट मैथड है बिल्ट अप मैथड। बिल्ट अप मैथड ਦੇ ਵਿੱਚ ਕੀ ਹੁੰਦਾ ਕਿ ਆਪਾਂ ਇੱਕ ਪੋਰਸ਼ਨ ਇੱਕ ਮੈਂਬਰ ਸਪੋਜ਼ ਕਰ ਲਓ, ਇੱਕ ਆਪਾਂ ਟਾਵਰ ਦਾ ਮੈਂਬਰ ਪਹਿਲਾਂ ਗਰਾਊਂਡ ਲੈਵਲ ਤੇ ਉਹਨੂੰ ਕੰਪਲੀਟ ਕਰਦੇ ਹਾਂ, ਫਿਰ ਉਹਨੂੰ ਬੋਲਟ ਕਰਦੇ ਹਾਂ। ਉਹ ਜਿਵੇਂ ਜਿਹਨੂੰ ਆਪਾਂ ਬਿਲਡ ਕਰਦੇ ਹਾਂ ਬਲੌਕ ਬਾਈ ਬਲੌਕ, ਇੱਕ ਬਲੌਕ ਕੰਪਲੀਟ ਹੋਇਆ ਉਹਨੂੰ ਦੂਸਰੇ ਬਲੌਕ ਉੱਤੇ ਰੱਖਤਾ, ਫਿਰ ਦੈਨ ਨੈਕਸਟ ਬਲੌਕ ਕੰਪਲੀਟ ਹੋਇਆ ਗਰਾਊਂਡ ਲੈਵਲ ਤੇ ਉਹਨੂੰ ਉਸ ਦੇ ਉੱਪਰ ਰੱਖਤਾ। ਇੱਦਾਂ ਕਰਕੇ ਆਪਾਂ ਟਾਵਰ ਦੀ ਇਰੈਕਸ਼ਨ ਕਰਦੇ ਹਾਂ। ਸੈਕਿੰਡ ਮੈਥਡ ਇਜ਼ ਪ੍ਰੋਨ ਮੈਥਡ। ਪ੍ਰੋਨ ਮੈਥਡ ਕੀ ਹੁੰਦਾ ਹੈ, ਦੈਟ ਇਜ਼ ਕੰਪਲੀਟਡ ਔਨ ਗਰਾਊਂਡ। ਪਹਿਲਾਂ ਪੂਰੇ ਦਾ ਪੂਰਾ ਟਾਵਰ ਗਰਾਊਂਡ ਤੇ ਕੰਪਲੀਟ ਕੀਤਾ ਜਾਂਦਾ, ਫਿਰ ਉਸ ਟਾਵਰ ਨੂੰ ਉਸ ਮਤਲਬ ਆਪਾਂ ਫਾਊਂਡੇਸ਼ਨ ਦੇ ਉੱਤੇ ਬੋਲਟ ਕਰਦੇ ਹਾਂ। ਸੋ ਥਰਡ ਮੈਥਡ ਇਜ਼ ਮਾਡਰਨ ਮੈਥਡ। ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਮੈਥਡ ਤੇ ਇਹੀ ਜ਼ਿਆਦਾ ਯੂਜ਼ ਹੁੰਦਾ। ਮਾਡਰਨ ਮੈਥਡ ਦੇ ਵਿੱਚ ਕੀ ਹੁੰਦਾ ਆ, ਆਪਾਂ ਦੋਨੋਂ ਚੀਜ਼ਾਂ ਨਾਲ ਲੈ ਕੇ ਚੱਲਦੇ ਹਾਂ। ਕੁਛ ਕੁ ਪਾਰਟ ਆਪਾਂ ਗਰਾਊਂਡ ਉੱਤੇ ਕੰਪਲੀਟ ਕਰਦੇ ਹਾਂ, ਕੁਛ ਕੁ ਪਾਰਟ ਆਪਾਂ ਉਹਦੇ ਟਾਵਰਸ ਦੇ ਉੱਪਰ ਜਿਹੜੇ ਲੇਮੈਨਸ ਨੇ ਉਹ ਟਾਵਰਸ ਦੇ ਉੱਪਰ ਚੜ੍ਹ ਕੇ ਉਹਨੂੰ ਕੰਪਲੀਟ ਕਰਦੇ ਨੇ। ਸੋ ਇਹ ਤਾਂ ਸੀਗੇ 3 ਮੈਥਡਸ ਵੀ ਕਿੱਦਾਂ ਆਪਾਂ ਸਟੀਲ ਟਾਵਰ ਨੂੰ ਇਰੈਕਟ ਕਰ ਸਕਦੇ ਹਾਂ। ਸੋ ਹੁਣ ਇਹਨਾਂ ਦੇ ਜੋ ਆਪਾਂ ਨੇ ਮੇਨ ਟਾਸਕ ਨੇ ਜਿਹੜੇ ਆਪਾਂ ਧਿਆਨ 'ਚ ਰੱਖਣੇ ਟਾਵਰ ਨੂੰ ਇੰਸਟਾਲ ਕਰਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਕੀ ਹੋਣੀ ਚਾਹੀਦੀ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ, ਫਰਮ ਫਾਊਂਡੇਸ਼ਨ। ਜਿਵੇਂ ਕਿ ਆਪਾਂ ਪਿਕਚਰ ਦੇ ਵਿੱਚ ਦੇ ਸਕਦੇ ਹਾਂ, ਉਹਦੀ ਫਾਊਂਡੇਸ਼ਨ ਦੇ ਵਿੱਚ ਆਪਾਂ ਨੇ ਬਲੌਕ ਬਾਏ ਬਲੌਕ ਕੰਕਰੀਟ ਆ ਜਿਹੜਾ ਉਹ ਫਿਲ ਕੀਤਾ, ਤਾਂ ਕਿ ਕੀ ਆ ਜਿਹੜਾ ਆਪਣਾ ਇਹਦੀ ਜਿਹੜੀ ਮਕੈਨੀਕਲ ਸਟਰੈਂਥ ਆ ਉਹ ਵੱਧ ਸਕੇ। ਜੇ ਆਪਣਾ ਫਾਊਂਡੇਸ਼ਨ ਹੀ ਰਿਜਿਡ ਹੋਊਗਾ ਤਾਂ ਹੀ ਅੱਗੇ ਟਾਵਰ ਆ ਜਿਹੜਾ ਉਹਦੀ ਲਾਈਫ ਲੌਂਗ ਜਿਹੜੀ ਆ ਮਤਲਬ ਲਾਈਫ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਜੇ ਉਹਦੀ ਫਾਊਂਡੇਸ਼ਨ ਨਹੀਂ ਸਟਰੋਂਗ ਕੀਤੀ ਜਾਊਗੀ। ਸੈਕਿੰਡ ਇਜ਼ ਲਿਫਟਿੰਗ ਐਂਡ ਪਲੇਸਿੰਗ ਇਕਵਿਪਮੈਂਟਸ ਇਨ ਪੋਜੀਸ਼ਨ। ਟਾਵਰਸ ਦੀ ਜਿੱਥੇ ਪੋਜੀਸ਼ਨ ਹੈ, ਕਿੰਨੀ ਹਾਈਟ ਤੇ ਆਪਾਂ ਨੇ ਉਸ ਮੇਨ ਪਾਰਟ ਨੂੰ ਲਗਾਉਣਾ, ਇਹ ਵੀ ਸਭ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖ ਕੇ ਉਹਦੀ ਆਪਾਂ ਨੇ ਲਿਫਟਿੰਗ ਕਰਨੀ ਆ। ਫॉर ਦੈਨ ਇਜ਼ ਅਲਾਈਨਿੰਗ ਦਾ ਸਟਰਕਚਰ। ਹੁਣ ਸਟਰਕਚਰ ਆਪਾਂ ਨੇ ਇਹ ਵੀ ਦੇਖਣਾ ਆ ਕਿ ਉਹਦੀ ਅਲਾਈਨਮੈਂਟ ਸਹੀ ਹੋਣੀ ਚਾਹੀਦੀ ਹੈ, ਬਿੰਗਾ ਨਹੀਂ ਹੋਣਾ ਚਾਹੀਦਾ ਜਾਂ ਉਹਦੇ ਕਿਸੇ ਚੀਜ਼ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਫੋਰਥ ਇਜ਼ ਬੋਲਟਿੰਗ ਦੀ ਫਾਈਨਲ ਸਟਰਕਚਰ। ਫਿਰ ਜਦੋਂ ਆਪਾਂ ਨੇ ਟਾਵਰ ਨੂੰ ਜਿਵੇਂ ਆਪਾਂ ਲਗਾਉਂਦੇ ਹਾਂ ਉਹਨੂੰ ਆਪਾਂ ਨੇ ਬੋਲਟ ਕਰਨਾ ਪੂਰਾ ਪ੍ਰੋਪਰ। ਜੇ ਕਿਤੋਂ ਆਪਣੇ ਬੋਲਟ ਜਾਂ ਆਪਣਾ ਜਿਹੜਾ ਉਹਦੀ ਫਿਕਸਿੰਗ ਆ ਜਿਹੜੀ ਉਹ ਕਮਜ਼ੋਰ ਹੈਗੀ ਤਾਂ ਉਹ ਜਿਹੜਾ ਟਾਵਰ ਆ ਉਹ ਜ਼ਿਆਦਾ ਨਹੀਂ ਚੱਲ ਸਕੇਗਾ। ਸਟੂਡੈਂਟਸ ਹੁਣ ਆਪਾਂ ਪਿੱਛੇ ਤਾਂ ਪੜ੍ਹਿਆ ਕਿ ਆਪਾਂ ਨੇ ਇਰੈਕਸ਼ਨ ਆਫ ਸਟੀਲ ਟਾਵਰਸ ਕਿੱਦਾਂ ਕਰਨੀ ਆ, ਉਹ ਤਾਂ ਆਪਾਂ ਹੁਣ ਜਿਵੇਂ ਕਿ ਸਪੋਜ਼ ਆ ਸਟੀਲ ਟਾਵਰ ਆਪਾਂ ਨੇ ਇਰੈਕਟ ਕੀਤਾ ਹੋਇਆ, ਹੁਣ ਜਿਹੜੇ ਉਹਦੇ 'ਤੇ ਕੰਪੋਨੈਂਟਸ ਲੱਗਦੇ ਨੇ ਉਹ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਇਹ ਕੀ ਨੇ, ਕ੍ਰੋਸ ਆਰਮਸ। ਜਿਹੜੇ ਇਹਨਾਂ ਵਿੱਚ ਕ੍ਰੋਸਿਸ ਲੱਗੇ ਹੋਏ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਆ, ਕ੍ਰੋਸ ਆਰਮਸ। ਇਹਦੇ ਨਾਲ ਕੀ ਹੁੰਦਾ ਕਿ ਉਹਦੀ ਸਟਰੈਂਥ ਆ ਜਿਹੜੀ ਉਹ ਟਾਵਰਸ ਦੀ ਵੱਧ ਜਾਂਦੀ ਆ। ਫਰਦਰ ਇਜ਼ ਕੰਡਕਟਰਸ। ਜੇ ਕੰਡਕਟਰਸ ਹੋਣਗੇ ਤਾਂ ਹੀ ਆਪਣੀ ਸਪਲਾਈ ਆ ਵਨ ਪੁਆਇੰਟ ਟੂ ਅਨਦਰ ਪੁਆਇੰਟ ਜਾ ਸਕਦੀ ਆ। ਸੋ ਇਹਨਾਂ ਜਿਹੜੇ ਆਪਾਂ ਨੇ ਲਾਈਨਸ ਦੇ ਵਿੱਚ ਦੇਖ ਸਕਦੇ ਹਾਂ ਇਹ ਕੀ ਨੇ, ਕੰਡਕਟਰਸ ਜਿਹੜੇ ਆਪਾਂ ਨੋਰਮਲੀ ਯੂਜ਼ ਕਰਦੇ ਹਾਂ ਉਹ ਕੀ ਹੁੰਦੇ ਨੇ, ACSR। ਉਹਨੂੰ ਡਿਟੇਲਸ ਦੇ ਵਿੱਚ ਵੀ ਆਪਾਂ ਸਟੂਡੈਂਟਸ ਅੱਗੇ ਪੜ੍ਹਾਂਗੇ। ਫਰਦਰ ਜਿਹੜੇ ਆਪਣੇ ਜਿਹੜੇ ਹੈਂਗਿੰਗ ਟਾਈਪ ਆਪਾਂ ਨੂੰ ਦਿਖ ਰਹੇ ਨੇ ਸਾਰੇ ਕਿਤੇ, ਦੀਜ਼ ਆਰ ਦੀ ਇੰਸੂਲੇਟਰਸ। ਇੰਸੂਲੇਟਰਸ ਦਾ ਕੀ ਮੇਨ ਫੰਕਸ਼ਨ ਹੈ ਕਿ ਉਹਨੇ ਇੰਸੂਲੇਟ ਕਰਨਾ ਆ ਜੇ ਕੋਈ ਫਾਲਟੀ ਕੰਡੀਸ਼ਨ ਆ ਜਾਂਦੀ ਆ। ਸੋ ਇਹ ਕੀ ਹੋ ਸਕਦੇ ਨੇ, ਪਿਨ ਟਾਈਪ ਹੋ ਸਕਦੇ ਨੇ, ਸ਼ੈਕਲ ਟਾਈਪ ਹੋ ਸਕਦੇ ਨੇ, ਸਟ੍ਰੇਨ ਟਾਈਪ ਹੋ ਸਕਦੇ ਨੇ। ਇਹ ਡਿਪੈਂਡ ਕਰਦਾ ਅਕੋਰਡਿੰਗ ਟੂ ਦੀ ਵੋਲਟੇਜ ਲੈਵਲਸ। ਇਹਨਾਂ ਦੀ ਡਿਸਕ੍ਰਿਪਸ਼ਨ ਵੀ ਆਪਾਂ ਨੈਕਸਟ ਚੈਪਟਰ ਦੇ ਵਿੱਚ ਪੜ੍ਹਾਂਗੇ। ਸੋ ਸਭ ਤੋਂ ਉੱਪਰ ਜਿਹੜੀ ਵਾਇਰ ਹੁੰਦੀ ਹੈ ਦੈਟ ਇਜ਼ ਅਰਥ ਵਾਇਰ। ਜੇ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਫਾਲਟ ਆ ਜਾਂਦਾ ਤਾਂ ਅਰਥ ਵਾਇਰ ਦੇ ਥਰੂ ਕੀ ਆ ਸਾਰੀ ਉਹ ਗਰਾਊਂਡਿੰਗ ਹੋ ਜਾਂਦੀ ਆ। ਠੀਕ ਹੈ, ਸੋ ਇਹ ਤਾਂ ਹੈਗੇ ਨੇ ਆਪਣੇ ਕੀ ਨੇ ਮੇਨ ਕੰਪੋਨੈਂਟਸ ਆਫ ਦੀ ਸਟੀਲ ਟਾਵਰ। ਨੈਕਸਟ ਟੌਪਿਕ ਇਜ਼ ਕਨੈਕਟਿੰਗ ਆਫ ਜੰਪਰਸ। ਹੁਣ ਰਾਜੇ ਜੰਪਰਸ ਕੀ ਹੁੰਦੇ ਨੇ, ਸਪੋਜ਼ ਕੀ ਆ ਕਿ ਆਪਾਂ ਨੇ ਇੱਕ ਕੰਡਕਟਰ ਨੂੰ ਦੂਸਰੇ ਕੰਡਕਟਰ ਦੇ ਨਾਲ ਕਨੈਕਟ ਕਰਨਾ, ਉਸ ਟਾਈਮ ਆਪਾਂ ਜਿਹੜੀ ਵਾਇਰ ਨੂੰ ਯੂਜ਼ ਕਰਦੇ ਹਾਂ ਉਸ ਵਾਇਰ ਨੂੰ ਕੀ ਕਿਹਾ ਜਾਂਦਾ ਆ, ਜੰਪਰ ਵਾਇਰ। It is an electrical connection between two points, mainly used for continuity of circuits across the towers. Mainly ਕਾਹਦੇ ਲਈ use ਕਰ ਸਕਦੇ ਹਾਂ ਕਿ ਜਿਹੜੀ continuity ਆ ਉਹ ਬਣੀ ਰਹੇ ਇਲੈਕਟ੍ਰੀਕਲ ਸਪਲਾਈ ਦੀ।
फर्दर ये तो हो गए जंपर। सो व्हाट आर टी ऑफ पॉइंट्स? टी ऑफ पॉइंट्स इज अ ब्रांच ट्रांसमिशन सर्किट which joins a main circuit and which is protected as part of the main circuit. So ਹੁਣ ਨੈਕਸਟ ਟੌਪਿਕ ਇਜ਼ ਜੁਆਇੰਟਸ। ਹੁਣ ਆਪਾਂ ਜੰਪਰਸ ਪੜ੍ਹ ਲਏ, ਟੀ ਆਫ ਪੁਆਇੰਟਸ ਪੜ੍ਹ ਲਏ। ਹੁਣ ਜੁਆਇੰਟਸ ਕਿਤੇ ਕਿਤੇ ਹੁਣ ਆਪਾਂ ਨੂੰ ਬਹੁਤ ਇਹੋ ਜਿਹੀਆਂ ਆਪਣੇ ਕੋਲ ਸਿਚੁਏਸ਼ਨਸ ਆਉਂਦੀਆਂ ਨੇ ਜਦੋਂ ਆਪਾਂ ਨੂੰ ਵਾਇਰਸ ਨੂੰ ਕਨੈਕਟ ਕਰਨਾ ਪੈਂਦਾ, ਜੁਆਇਨ ਕਰਨਾ ਪੈਂਦਾ ਜੁਆਇੰਟਸ ਦੇ ਅਕੋਰਡਿੰਗ। ਸੋ ਉਸ ਟਾਈਮ ਆਪਾਂ ਕਿਹੜੇ ਕਿਹੜੇ ਜੁਆਇੰਟਸ ਨੂੰ ਯੂਜ਼ ਕਰਦੇ ਹਾਂ? ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਮਿਡ ਸਪੈਨ ਕੰਪਰੈਸ਼ਨ ਜੁਆਇੰਟ। ਦਿਸ ਇਜ਼ ਯੂਜ਼ਡ ਫॉर ਜੁਆਇਨਿੰਗ ਟੂ ਲੈਂਥਸ ਆਫ ਕੰਡਕਟਰਸ। ਜੇ ਆਪਣੇ ਕੋਲ ਇੱਕ ਕੰਡਕਟਰਸ ਡਿਫਰੈਂਟ ਲੈਂਥ ਨੇ ਆਪਣੇ ਕੋਲ ਕੰਡਕਟਰਸ ਦੀਆਂ, ਉਹਨਾਂ ਨੂੰ ਜੁਆਇਨ ਕਰਨ ਵੇਲੇ ਜਿਹੜਾ ਆਪਣਾ ਜੁਆਇੰਟ ਯੂਜ਼ ਹੁੰਦਾ ਉਹ ਕੀ ਹੁੰਦਾ? ਮਿਡ ਸਪੈਨ ਕੰਪਰੈਸ਼ਨ ਜੁਆਇੰਟ। ਜਿਵੇਂ ਕਿ ਆਪਾਂ ਇਹਦੇ ਵਿੱਚ ਪਿਕਚਰ 'ਚ ਦੇਖ ਸਕਦੇ ਹਾਂ, ਬਿਫੋਰ ਜੁਆਇੰਟ ਉਹ ਕੀ ਸੀਗਾ, ਇੱਦਾਂ ਉਹਦੀ ਰਾਊਂਡ ਪੋਜੀਸ਼ਨ ਸੀ। ਸੋ ਆਫਟਰ ਕੰਪਰੈਸ਼ਨ ਕੀ ਹੋਇਆ? ਜਦੋਂ ਉਹਨੂੰ ਆਪਾਂ ਨੇ ਜੁਆਇਨ ਕਰ ਲਿਆ, ਉਹਨੇ ਇੱਕ ਹੈਗਜ਼ਾਗਨ ਦੀ ਟਾਈਪ ਫਾਰਮ ਦੇ ਵਿੱਚ ਲੈ ਲਿਆ। ਸੋ ਇਹ ਮੇਨਲੀ ਕਿਹਦੇ ਨਾਲ ਕੀਤਾ ਜਾਂਦਾ? ਐਲੂਮੀਨੀਅਮ ਔਰ ਸਟੀਲ ਜੁਆਇੰਟ। ਐਲੂਮੀਨੀਅਮ ਜਾਂ ਸਟੀਲ ਯੂਜ਼ ਕੀਤੀ ਜਾਂਦੀ ਹੈ ਦੋ ਕੰਡਕਟਰਸ ਦੀ ਡਿਫਰੈਂਟ ਲੈਂਥਸ ਨੂੰ ਜੋੜਨ ਦੇ ਲਈ। ਨੈਕਸਟ ਜੁਆਇੰਟ ਇਜ਼ ਪੈਰਲਲ ਗਰੂਵ ਕਲੈਂਪ। ਇਹ ਜਿਹੜਾ ਕਲੈਂਪ ਆ ਇਹ ਵੀ ਯੂਜ਼ ਕੀਤਾ ਜਾਂਦਾ ਵਾ ਜੁਆਇਨ ਕਰਨ ਦੇ ਲਈ ਦੋ ਕੰਡਕਟਰਸ ਨੂੰ। ਵੈਨ ਟੀ ਆਫ ਇਜ਼ ਟੂ ਬੀ ਕਨੈਕਟਡ ਵਿਦ ਐਨ ਐਗਜ਼ਿਸਟਿੰਗ ਲਾਈਨ ਦ ਕਨੈਕਸ਼ਨ ਇਜ਼ ਮੇਡ ਵਿਦ ਦ ਹੈਲਪ ਆਫ ਪੈਰਲਲ ਗਰੂਵ ਕੈਂਪ। ਹੁਣ ਆਪਾਂ ਦੇਖ ਸਕਦੇ ਹਾਂ ਟਰਾਂਸਮਿਸ਼ਨ ਲਾਈਨ ਦੇ ਵਿੱਚ ਜਿਹੜੇ ਛੋਟੇ ਛੋਟੇ ਕਲੈਂਪਸ ਲੱਗੇ ਹੋਏ ਨੇ, ਇਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ ਹੈ? ਪੈਰਲਲ ਗਰੂਵ ਕਲੈਂਪ। ਇਹਨਾਂ ਨੂੰ ਕਿੱਥੇ ਯੂਜ਼ ਕੀਤਾ ਜਾਂਦਾ? ਜੇ ਆਪਾਂ ਨੇ ਇੱਕ ਆਲਰੇਡੀ ਲਾਈਨ ਐਗਜ਼ਿਸਟ ਕਰ ਰਹੀ ਹੈ, ਉਹਦਾ ਆਪਾਂ ਕਨੈਕਸ਼ਨ ਕਿਸੇ ਨਵੀਂ ਲਾਈਨ ਦੇ ਨਾਲ ਬਣਾਉਣਾ ਆ, ਤਾਂ ਉਸ ਟਾਈਮ ਆਪਾਂ ਕਲੈਂਪ ਯੂਜ਼ ਕਰਕੇ ਉਹਨਾਂ ਨੂੰ ਕਨੈਕਟ ਕਰ ਸਕਦੇ ਹਾਂ। ਇੱਕ ਹੋਰ ਟਾਈਪ ਦਾ ਆਪਣੇ ਕੋਲ ਜੁਆਇੰਟ ਕੀ ਆ, ਉਹ ਕੀ ਆ? ਜੁਆਇੰਟ ਸਲੀਵ। ਇਟ ਇਜ਼ ਆਲਸੋ ਯੂਜ਼ ਟੂ ਜੁਆਇਨ ਟੂ ਕੰਡਕਟਰਸ। ਇਹ ਵੀ ਕੰਡਕਟਰਸ ਨੂੰ ਜੁਆਇਨ ਕਰਨ ਲਈ ਕੀਤਾ ਜਾਂਦਾ। ਇਹ ਬੇਸਿਕਲੀ ਕੀ ਹੈ? ਇੱਕ ਪਾਈਪ ਟਾਈਪ ਹੁੰਦਾ ਜਿਹਦੇ ਵਿੱਚ ਆਪਾਂ ਟੂ ਕੰਡਕਟਰਸ ਨੂੰ ਇਨਸਰਟ ਕਰਦੇ ਹਾਂ ਤੇ ਦੈਨ ਉਹਨਾਂ ਨੂੰ ਜੁਆਇਨ ਕੀਤਾ ਜਾਂਦਾ ਹੈ। ਸੋ ਤਿੰਨ ਤਰ੍ਹਾਂ ਦੇ ਆਪਣੇ ਕੋਲ ਜੁਆਇੰਟਸ ਹੋ ਗਏ। ਸੋ ਜਿਵੇਂ ਕਿ ਆਪਾਂ ਨੇ ਪਹਿਲਾਂ ਪੜ੍ਹਿਆ, ਹੁਣ ਆਪਾਂ ਟਾਵਰ ਇਰੈਕਟ ਕਰਦਾ, ਉਹਦੇ 'ਤੇ ਆਪਾਂ ਨੇ ਕੰਪੋਨੈਂਟਸ ਪੜ੍ਹ ਲਏ ਕਿਹੜੇ ਕਿਹੜੇ ਹੁੰਦੇ ਆ। ਹੁਣ ਟਾਵਰ ਨੂੰ ਜਦੋਂ ਇਰੈਕਟ ਕਰਨ ਤੋਂ ਪਹਿਲਾਂ ਜਿਵੇਂ ਕਿ ਆਪਾਂ ਨੇ ਦੇਖਣਾ ਕਿ ਉਹਦੀਆਂ ਕਲੀਅਰੈਂਸ ਕਿੰਨੀਆਂ ਹੋਣੀਆਂ ਚਾਹੀਦੀਆਂ। ਕਲੀਅਰੈਂਸ ਮੀਨਸ ਉਹਨੂੰ ਕੋਈ ਡਿਸਟਰਬੈਂਸ ਨਾ ਹੋਵੇ। Clearance is provided for electrical apparatus so that sufficient space is available for easy operation। कि टावर ਨੂੰ ਪ੍ਰੋਪਰਲੀ ਆਪਰੇਟ ਜਾਂ ਮੇਨਟੇਨ ਕਰਨ ਦੇ ਲਈ ਉਹਦੇ ਕੋਲ ਇੰਨੀ ਕੁ ਸਪੇਸ ਚਾਹੀਦੀ ਹੈ ਕਿ ਉਹਨੂੰ ਕੋਈ ਡਿਸਟਰਬੈਂਸ ਨਾ ਆ ਸਕੇ। ਜਿਵੇਂ ਕਿ ਹੁਣ ਆਪਾਂ ਇਸ ਚਾਰਟ ਦੇ ਵਿੱਚ ਦੇਖ ਸਕਦੇ ਹਾਂ, ਜੇ ਆਪਣੇ ਕੋਲ 50 kV ਦੀ ਲਾਈਨ ਆ ਤਾਂ ਉਸ ਟਾਈਮ ਮਿਨੀਮਮ ਕਲੀਅਰੈਂਸ ਡਿਸਟੈਂਸ ਕਿੰਨਾ ਹੋਣਾ ਚਾਹੀਦਾ? 10 ਫੀਟ। ਬੱਚੇ ਇਹ ਸਟੈਂਡਰਡ ਕੀ ਨੇ ਆਪਣੇ ਕੋਲ ਮੈਜਰਮੈਂਟਸ ਨੇ ਕਿ ਜੇ ਆਪਣੇ ਇੰਨੀ ਲਾਈਨ ਆ ਤਾਂ ਮਿਨੀਮਮ ਇੰਨੇ ਆਪਣੇ ਕੋਲ ਕਲੀਅਰੈਂਸ ਤਾਂ ਹੋਣੀ ਚਾਹੀਦੀ ਹੈ। ਵੱਧ ਜਾਵੇ ਪਰ ਘਟਣੀ ਨਹੀਂ ਚਾਹੀਦੀ। ਅਬਵ 52 ਮਤਲਬ ਜੇ ਆਪਣੇ ਕੋਲ 50 to 200 ਆ ਤਾਂ 15 ਫੀਟ ਹੋਣੀ ਚਾਹੀਦੀ ਹੈ। 200 to 350 20 ਐਂਡ ਸੋ ਔਨ। ਜੇ ਆਪਣੇ ਕੋਲ ਬੱਚੇ ਅਬਵ 1000 kV ਆ ਤਾਂ ਆਪਾਂ ਨੇ ਕੀ ਕਰਨਾ ਆ? ਉਹਦੇ ਅਕੋਰਡਿੰਗ ਐਜ਼ ਐਸਟੈਬਲਿਸ਼ਡ ਬਾਈ ਦੀ ਯੂਟਿਲਿਟੀ ਓਨਰ ਔਰ ਆਪਰੇਟਰ ਹੂ ਇਜ਼ ਅ ਕੁਆਲੀਫਾਈਡ ਪਰਸਨ ਵਿਦ ਰਿਸਪੈਕਟ ਟੂ ਇਲੈਕਟ੍ਰੀਕਲ ਪਾਵਰ ਟਰਾਂਸਮਿਸ਼ਨਸ। ਇਹ ਤਾਂ ਬੱਚੇ ਜਿਹੜੀ ਆਪਾਂ ਕਲੀਅਰੈਂਸ ਪੜ੍ਹੀ ਆ ਇਹ ਆਪਾਂ ਨੇ ਡਿਸਟੈਂਸ ਦੀਆਂ ਪੜ੍ਹੀਆਂ ਨੇ ਕਿ ਇਹਨਾਂ ਲਾਈਨਸ ਦੇ ਵਿੱਚ ਜਿਹੜਾ ਡਿਸਟੈਂਸ ਹੋਊਗਾ। ਹੁਣ ਆਪਾਂ ਨੇ ਕਲੀਅਰੈਂਸਿਸ ਕੀ ਪੜ੍ਹਨੀਆਂ ਨੇ? ਕੰਡਕਟਰਸ ਦੀਆਂ। ਕਲੀਅਰੈਂਸਿਸ ਕੰਡਕਟਰਸ ਦੇ ਵਿੱਚ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ? ਹੁਣ ਜੇ ਆਪਣੇ ਕੋਲ ਸਿਸਟਮ ਵੋਲਟੇਜ 66 kV ਦਾ, ਜੇ ਆਪਾਂ ਟਾਵਰ ਸਿੰਗਲ ਸਰਕਿਟ ਯੂਜ਼ ਕਰ ਰਹੇ ਹਾਂ ਤਾਂ ਉਸ ਟਾਈਮ ਜਿਹੜੀ ਵਰਟੀਕਲ ਸਪੇਸਿੰਗ ਹੋਣੀ ਚਾਹੀਦੀ ਹੈ ਕੰਡਕਟਰਸ ਦੇ ਵਿੱਚ ਉਹ ਕਿੰਨੀ ਹੋਣੀ ਚਾਹੀਦੀ ਹੈ? 1080 mm। ਹੌਰੀਜ਼ੋਨਟਲ ਸਪੇਸਿੰਗ ਕਿੰਨੀ ਹੋਣੀ ਚਾਹੀਦੀ ਹੈ? 4040। ਬੱਚੇ ਇਹ ਕੀ ਨੇ? ਆਪਣੇ ਫੇਜ਼ਿਸ ਨੇ। ਜੇ ਫੇਜ਼ਿਸ ਦੇ ਅਕੋਰਡਿੰਗ ਆਪਾਂ ਨੇ ਜਿਹੜਾ ਵਰਟੀਕਲ ਤੇ ਹੌਰੀਜ਼ੋਨਟਲ ਸਪੇਸਿੰਗ ਦੇਣੀ ਆ। ਸਿਮਿਲਰਲੀ 132 kV ਦੀਆਂ ਵੀ ਨੇ ਸਿੰਗਲ ਸਰਕਿਟ ਔਰ ਡਬਲ ਸਰਕਿਟ। ਇਹਨਾਂ ਦੀਆਂ ਸਪੇਸਿੰਗਸ ਕੀ ਨੇ? ਇਹ ਵੀ ਸਟੈਂਡਰਡ ਨੇ। ਇਸ ਟੇਬਲ ਅਕੋਰਡਿੰਗ ਹੀ ਆਪਾਂ ਨੂੰ ਮਿਨੀਮਮ ਸਪੇਸਿੰਗ ਦੇਣੀ ਚਾਹੀਦੀ ਆ। ਨਾਓ ਨੈਕਸਟ ਇਜ਼ ਕਲੀਅਰੈਂਸ ਫॉर ਪਾਵਰ ਲਾਈਨ ਕ੍ਰੋਸਿੰਗ। ਜੇ ਆਪਣੀਆਂ ਦੋ ਕ੍ਰੋਸਿੰਗਸ ਆ ਜਾਣ ਮੀਨਸ ਕ੍ਰੋਸਿੰਗਸ ਦੇ ਉੱਪਰ ਆਪਾਂ ਕੀ ਕਰਾਂਗੇ? ਜੇ ਕ੍ਰੋਸਿੰਗ ਓਵਰ ਰਿਵਰਸ ਆ ਗਿਆ ਤਾਂ 3.05 ਮੀਟਰ ਅਬਵ ਮੈਕਸਿਮਮ ਫਲੱਡ ਲੈਵਲ। ਇੰਨੇ ਮੀਟਰ ਦੀ ਆਪਾਂ ਨੇ ਅਬਵ ਤਾਂ ਰੱਖਣੀ ਹੀ ਰੱਖਣੀ ਆ ਕਲੀਅਰੈਂਸ, ਤਾਂ ਕਿ ਆਪਾਂ ਜੇ ਕੋਈ ਫਲੱਡ ਵਗੈਰਾ ਆ ਜਾਵੇ ਤਾਂ ਉਹ ਤੋਂ ਆਪਣੇ ਜਿਹੜੇ ਟਾਵਰਸ ਜਾਂ ਇਲੈਕਟ੍ਰੀਕਲ ਸਪਲਾਈ ਨੂੰ ਕੋਈ ਰੁਕਾਵਟ ਨਾ ਆ ਸਕੇ। ਜੇ ਆਪਣੇ ਕੋਲ ਟੈਲੀਕਮਿਊਨੀਕੇਸ਼ਨ ਲਾਈਨਸ ਨੇ ਤਾਂ ਮਿਨੀਮਮ ਕਲੀਅਰੈਂਸਿਸ ਬਿਟਵੀਨ ਦੀ ਕੰਡਕਟਰਸ ਆਫ ਅ ਪਾਵਰ ਲਾਈਨ ਐਂਡ ਟਰਾਂਸਮਿਸ਼ਨ ਵਾਇਰਸ ਆਰ। ਜੇ ਵੋਲਟੇਜ ਲੈਵਲ 33 kV ਹੈ, ਮਿਨੀਮਮ ਕਲੀਅਰੈਂਸ ਕਿੰਨੀ ਹੋਣੀ ਚਾਹੀਦੀ ਹੈ? 2440 mm। ਇਹ ਬੱਚੇ ਹਰ ਕਲੀਅਰੈਂਸ ਆ ਜਿਹੜੀ ਇਹ ਅਕੋਰਡਿੰਗ ਟੂ ਦੀ ਵੋਲਟੇਜ ਲੈਵਲ ਆਫ ਦੀ ਲਾਈਨ ਉਹ ਚੇਂਜ ਹੁੰਦੀ ਹੈ। ਸੋ ਇਹ ਸਟੈਂਡਰਡ ਮਿਨੀਮਮ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਮਿਨੀਮਮ ਇੰਨੀਆਂ ਹੋਣੀਆਂ ਚਾਹੀਦੀਆਂ ਨੇ। ਬਾਕੀ ਵੱਧ ਜ਼ਰੂਰ ਸਕਦੀ ਹੈ ਪਰ ਘਟਣੀ ਨਹੀਂ ਚਾਹੀਦੀ ਅਕੋਰਡਿੰਗ ਟੂ ਦੀ ਅਵੇਲੇਬਿਲਿਟੀ ਆਫ ਦੀ ਸਪੇਸ।